परम सत्कारयोग सतगुरां दी साजी निवाजी गुरु रूप प्यारी गुरु सवारी साध संगत जी, नितनेम कर्म अनुसार गुरु दरबार विच पहुँच के सतगुरां दे अगे हथ जोड़ के रजोइयां करदे हां कि परमात्मा किरपा करो, इस जिंदगी नूं सेहत बख्शो, डंडौत वंदना है मनुख दी तकरीबन सारी दी सारी सृष्टि आपो अपने ज्ञान के हिसाब के नाल परमात्मा का नाम जप रही है। तो सतगुरु महाराज जी ने मनुखता नूं एक बहुत वड्डी महान बख्शिश की है। ये महान बख्शिश इस वास्ते सतगुरां ने की है ताकि किसी भी मनुख की जिहड़ी जिंदगी है ये अधूरी ना रहे। जिहड़ा अधूरा मनुख जन्मिया है ते सतगुरां दे लड़ लग के ये अपनी जिंदगी नूं बड़े सुचज्जे ढंग दे नाल पूरी जिंदगी जिउणे। अधूरे जिंदगी जिहड़ी है वो कच्ची जिंदगी मन्नी गई है। जिस तरह साडा शरीर है जिहड़ा कोई अंग पैर कट्टिया जावे अधूरा हो जाता है, जिंदगी उस वक्त अधूरी है बिना गुरु के शब्द तो, जदों मनुख गुरु के शब्द तो लांभे हो जाता है। गुरु साहिब जी महाराज कहते ने रत्ते सही जे मुख ना मुड़न जिन्नी संजाता साई। एक कच्ची जिंदगी है, एक पक्की जिंदगी है। फल दोने ही ने इको ही दरख्त नूं लगे हुए ने, एक कच्चा है एक पक्का है। जे उन्हां दा नाम लेना होवे ते उन्हां नूं नाम भी इको ही देना पवेगा। अंब लगे ने दरख्त ते, एक पक्का है एक कच्चा है, पर दोनों का नाम तो अंब ही है। नाम उन्हां नूं इको ही देना पवेगा, पर एक कच्चा है एक पक्का है। नाम तो सारी मनुखता नूं इको ही देना पैंदा, पर एक कच्चा है एक पक्का है। ते पक्के कौन ने? जिन्हां ने साईं दी परमेश्वर दी पहचान कर ली है कि इस परमेश्वर तो बिना जिंदगी अधूरी है, कच्ची जिंदगी है। ते वो कच्ची जिंदगी जिहड़ी है ये हमेशा समाज लैवल ते तकरीबन ये जिहड़ी जिंदगी कच्ची हुंदी है, ये समाज लैवल ते भी अधूरेपन दे विच ही रहिंदी है। भावें उन्हां दे कोल बड़ा कुछ समाज दे जिहड़े पदार्थ ने, धन है, ये चीज़ां मनुख दे कोले आम हो जांदियां ने, पर धन दे नाल पदार्थां दे नाल वड्डे महलां विच रह के जिहड़ी जिंदगी कच्ची है वो सुखी नहीं रह सकदी। ते पक्की जिंदगी दे छप्परियां दे विच भी परमात्मा दे गुण गाउंदी है तो
ਉੱਥੇ ਵੀ ਆਨੰਦ ਦੇ ਵਿੱਚ ਹੈ। ਕੱਚੀ ਜ਼ਿੰਦਗੀ ਅਤੇ ਜਿਨ੍ਹਾਂ ਨੇ ਪੱਕੀ ਜ਼ਿੰਦਗੀ ਜਿਉਈ ਹੈ, ਅਧੂਰੀ ਜ਼ਿੰਦਗੀ ਜਿਸ ਨੂੰ ਬੋਲਦੇ ਨੇ ਕੱਚੀ, ਇਹ ਜਿਹੜੇ ਕੱਚੇ ਨੇ ਫਲ ਭਾਵੇਂ ਨਾਮ ਇੱਕੋ ਹੀ ਦਿੱਤਾ ਗਿਆ ਹੈ, ਪਰ ਕੱਚੇ ਫਲਾਂ ਨੂੰ ਕੋਈ ਛੇਤੀ ਜਿਹੜਾ ਹੈ ਉਹ ਪ੍ਰਵਾਨ ਨਹੀਂ ਕਰਦਾ। ਆਮ ਜ਼ਿੰਦਗੀ ਦੇ ਵਿੱਚ ਹੈ, ਕੋਈ ਫਲ ਲੈਣਾ ਤੇ ਪੱਕਿਆ ਹੋਵੇ, ਕੱਚੇ ਫਲ ਕੌਣ ਖਾਂਦਾ ਹੈ? ਤੇ ਕੱਚੀ ਜਿਹੜੀ ਜ਼ਿੰਦਗੀ ਹੈ ਇਹਨੂੰ ਵੀ ਕੌਣ ਪ੍ਰਵਾਨ ਕਰਦਾ ਹੈ? ਗੁਰੂ ਸਾਹਿਬ ਜੀ ਮਹਾਰਾਜ ਨੇ ਯਤਨ ਕੀਤੇ ਨੇ ਕਿ ਗੁਰੂ ਦੇ ਸ਼ਬਦ ਦੇ ਨਾਲ ਇਸ ਜ਼ਿੰਦਗੀ ਨੇ ਪੱਕੀ ਬਣਨਾ ਹੈ, ਅਧੂਰੀ ਨਹੀਂ ਰਹਿਣਾ, ਪੂਰੀ ਹੋ ਜਾਣਾ ਇਸ। ਤੇ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਜ਼ਿੰਦਗੀ ਪੱਕੀ ਹੋ ਜਾਣੀ ਹੈ, ਪੂਰੀ ਜ਼ਿੰਦਗੀ ਤੇਰੀ ਹੋ ਜਾਣੀ ਹੈ, ਫਿਰ ਹੀ ਤੈਨੂੰ ਇਸ ਜ਼ਿੰਦਗੀ ਦੇ ਵਿੱਚੋਂ ਰਸ ਆਵੇਗਾ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਦੋਂ ਗੋਰਖਨਾਥ ਦੇ ਨਾਲ ਗੁਰੂ ਸਾਹਿਬ ਜੀ ਮਹਾਰਾਜ ਦੀ ਗੋਸ਼ਟੀ ਹੋਈ ਹੈ। ਨਾਥਾਂ ਦੀ ਉਮਰ ਸੀ ਵੱਡੀ, ਵਡੇਰੀ ਉਮਰ ਦੇ ਨਾਥ ਗੁਰੂ ਨਾਨਕ ਮਹਾਰਾਜ ਦੇ ਨਾਲ ਜਦੋਂ ਗੋਸ਼ਟੀ ਕਰਨ ਲੱਗੇ ਨਾ ਗੋਰਖਨਾਥ, ਤੇ ਗੋਸ਼ਟੀ ਦੇ ਵਿੱਚ ਬੜੀਆਂ ਵੱਡੀਆਂ ਗੱਲਾਂ ਗੋਰਖ ਕਰਦਾ ਹੈ। ਕਿਉਂਕਿ ਜਿਹੜੀ ਅਧੂਰੀ ਜ਼ਿੰਦਗੀ ਹੋਈ ਹਮੇਸ਼ਾ ਬਹੁਤ ਵੱਡੀਆਂ ਗੱਲਾਂ ਉਹੀ ਕਰਦੀ ਹੈ। ਮਾਫ਼ ਕਰਨਾ, ਜਿੰਨਾ ਮਨੁੱਖ ਅਧੂਰਾ ਹੋਊਗਾ ਓਨਾ ਹੀ ਉਹ ਜ਼ਿੰਦਗੀ ਦੇ ਵਿੱਚ ਗੱਲਾਂ ਵੱਡੀਆਂ ਕਰੂਗਾ। ਆਮ ਸਮਾਜ ਦੇ ਵਿੱਚ ਕਹਿ ਦਿੰਦੇ ਆ ਗੱਲਾਂ ਵੱਡੀਆਂ ਕਰਦਾ, ਪੱਲੇ ਤੇ ਕੁਝ ਵੀ ਨਹੀਂ। ਗੱਲਾਂ ਬਹੁਤ ਵੱਡੀਆਂ ਕਰਦਾ ਹੈ, ਰਸਨਾ ਦੇ ਨਾਲ ਕਦੇ ਤੇ ਜਪਜੀ ਸਾਹਿਬ ਤੇ ਪੜ੍ਹਿਆ ਹੀ ਨਹੀਂ। ਗੱਲਾਂ ਬਹੁਤ ਬਾਬੇ ਨਾਨਕ ਦੀਆਂ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ, ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੀਆਂ ਬੜੀਆਂ ਗਿਆਨ ਗੋਸ਼ਟੀ ਘੋਟ ਰਹੇ ਹੈ, ਕਦੇ ਜਪਜੀ ਸਾਹਿਬ ਦਾ ਪਾਠ ਤੇ ਕਰਿਆ ਨਹੀਂ। ਕੱਚੀ ਜ਼ਿੰਦਗੀ। ਗੋਰਖਨਾਥ ਬੜੀਆਂ ਵੱਡੀਆਂ ਗੱਲਾਂ ਗੁਰੂ ਨਾਨਕ ਮਹਾਰਾਜ ਦੇ ਸਾਹਮਣੇ ਕਰੇ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਗੋਰਖਨਾਥ ਜਿੰਨੇ ਤੋਂ ਸਵਾਲ ਕਰਨੇ ਸੀ ਕਰ ਲਏ, ਪਰ ਹੁਣ ਇੱਕ ਸਾਡੀ ਵੀ ਸੁਣ ਲੈ। ਕਹਿੰਦੇ ਜੀ ਦੱਸੋ। ਤਾਂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਜਿਹੜੀ ਤੇਰੀ ਇਹ ਜ਼ਿੰਦਗੀ ਹੈ ਨਾ, ਇਹ ਕੱਚੀ ਜ਼ਿੰਦਗੀ ਹੈ ਤੇਰੀ। ਇਹ ਜ਼ਿੰਦਗੀ ਤੇਰੀ ਹੈ ਜਿਹੜੀ, ਇਹ ਕੱਚੀ ਹੈ। ਤੇ ਤੂੰ ਤੇਰੀ ਜ਼ਿੰਦਗੀ ਹੈ ਕੱਚੀ। ਕਹਿੰਦਾ ਜੀ ਮੇਰੀ ਜ਼ਿੰਦਗੀ ਕੱਚੀ ਕਿਉਂ ਹੈ? ਤਾਂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਜਦੋਂ ਤੂੰ ਲੜ ਲੱਗਿਆ ਨਾ ਜਿਸ ਦੇ, ਉਹ ਵੀ ਕੱਚਾ ਹੈ। ਤੇ ਕੱਚਿਆਂ ਦੇ ਲੜ ਲੱਗ ਕੇ ਤੇ ਜ਼ਿੰਦਗੀ ਕੱਚੀ ਮਿਲੂਗੀ। ਹੁਣ ਚੋਰਾਂ ਦੇ ਨਾਲ ਕੋਈ ਬੰਦਾ ਰਲ ਜਾਵੇ, ਚੋਰਾਂ ਦੀ ਮੰਡਲੀ ਦੇ ਵਿੱਚ, ਤੇ ਚੋਰੀ ਦੀਆਂ ਗੱਲਾਂ ਕਰਨਗੇ, ਚੋਰ ਹੀ ਬਣੇਗਾ, ਹੋਰ ਕੀ ਬਣੇਗਾ? ਕੋਈ ਮਨੁੱਖ ਠੱਗਾਂ ਦੇ ਨਾਲ ਰਲ ਜਾਂਦਾ ਹੈ, ਠੱਗ ਬਣ ਜਾਂਦਾ ਹੈ। ਜੈਸੀ ਮਨੁੱਖ ਨੂੰ ਸੰਗਤ ਹੋ ਜਾਵੇ, ਵੈਸਾ ਉਹਦਾ ਜੀਵਨ ਬਣ ਜਾਂਦਾ ਹੈ। ਕਹਿੰਦੇ ਤੂੰ ਕੱਚੇ ਮਨੁੱਖ ਦੀ ਸੰਗਤ ਕਰ ਬੈਠਾ, ਉਹ ਆਪ ਤੇ ਕੱਚਾ ਸੀ, ਉਹਨੇ ਤੇਰੀ ਜ਼ਿੰਦਗੀ ਵੀ ਕੱਚੀ ਰੱਖਤੀ। ਕਹਿਣ ਲੱਗੇ ਮਹਾਰਾਜ, ਮੇਰਾ ਗੁਰੂ ਤੇ ਹੈ ਮਛਿੰਦਰਨਾਥ, ਤੇ ਉਹਨਾਂ ਨੇ ਤੇ ਮਹਾਨ ਉਹਨਾਂ ਦੀ ਬਖਸ਼ਿਸ਼ ਚੱਲ ਰਹੀ ਹੈ। ਉਹਨਾਂ ਨੇ ਤੇ ਬੜੇ ਆਪਣੇ ਚੇਲੇ ਬਣਾਏ ਹੋਏ ਨੇ, ਬੜਾ ਉਹਨਾਂ ਦਾ ਨਾਮ ਚੱਲਦਾ ਹੈ। ਤੇ ਤੁਸੀਂ ਕਹਿ ਰਹੇ ਹੋ ਕਿ ਤੂੰ ਆਪ ਕੱਚਾ ਹੈ ਤੇ ਤੇਰਾ ਗੁਰੂ ਵੀ ਕੱਚਾ ਹੈ। ਗੁਰੂ ਨਾਨਕ ਮਹਾਰਾਜ ਨੂੰ ਕਹਿਣ ਲੱਗਿਆ, ਚਲੋ ਜੇ ਤੁਸੀਂ ਕਿਹਾ
ਤਾਂ ਜੋ ਤੁਸੀਂ ਕਹਿੰਦੇ ਹੋ ਉਸ ਬਚਨ ਤੇ ਪੂਰੇ ਉਤਰੋ। ਕਹਿੰਦੇ ਮੈਨੂੰ ਦਿਖਾਓ ਕਿ ਮੇਰਾ ਗੁਰੂ ਕੱਚਾ ਕਿਵੇਂ ਹੈ, ਦਿਖਾਓ ਮੈਨੂੰ ਕਿ ਗੁਰੂ ਕੱਚਾ ਕਿਵੇਂ ਹੈ। ਗੁਰੂ ਨਾਨਕ ਮਹਾਰਾਜ ਕਹਿਣ ਲੱਗੇ ਚਲਾ ਠੀਕ ਹੈ ਗੋਰਖ, ਕਹਿੰਦੇ ਤੈਨੂੰ ਇਸ ਧਰਤੀ ਤੋਂ 21 ਲੱਖ ਯੋਜਨ ਉੱਚਾ ਸਵਰਨਪੁਰੀ ਸ਼ਹਿਰ ਵਸਦਾ ਹੈ। ਉਹ ਸ਼ਹਿਰ ਦੇ ਵਿੱਚ ਆਪਾਂ ਨੂੰ ਜਾਣਾ ਪੈਣਾ ਇਸ ਕਾਰਜ ਵਾਸਤੇ। ਤੇ ਗੋਰਖ ਕਹਿਣ ਲੱਗਿਆ ਜੀ ਚਲੋ ਠੀਕ ਹੈ, ਕਹਿੰਦੇ ਜੇ ਇੰਨਾ ਉੱਚਾ ਸ਼ਹਿਰ ਹੈ ਤੇ ਆਪਾਂ ਚੱਲ ਵੜਦੇ। ਕਹਿੰਦੇ ਤੁਸੀਂ ਅੱਜ ਹੀ ਤੁਰ ਪਓ, ਮੇਰਾ ਕੀ ਹੈ, ਮੈਂ ਤੇ ਆ ਹੀ ਜਾਣਾ ਹੈ। ਕਿਉਂਕਿ ਉਹਨੂੰ ਇਹ ਸੀਗਾ ਕਿ ਮੈਂ ਅੱਖਾਂ ਮੀਟੀਆਂ ਚੰਦ ਮਿੰਟਾਂ ਦੇ ਵਿੱਚ ਮੈਂ ਇੰਨਾ ਸਫ਼ਰ ਤੈਅ ਕਰ ਜਾਣਾ। ਇਹਨਾਂ ਦਾ ਅੱਜ ਚੱਲਿਆ, ਪਤਾ ਨਹੀਂ ਕਿੰਨੇ ਕੁ ਸਮੇਂ ਬਾਅਦ ਇਹ ਉੱਥੇ ਪਹੁੰਚਣਗੇ। ਗੁਰੂ ਨਾਨਕ ਮਹਾਰਾਜ ਕਹਿਣ ਲੱਗੇ ਚੰਗਾ ਫਿਰ ਤੂੰ ਆ ਜਾ, ਅਸੀਂ ਚੱਲਦੇ ਹਾਂ। ਸਵਰਨਪੁਰੀ ਸ਼ਹਿਰ ਦੇ ਵਿੱਚ ਆਪਣੇ ਰਿੱਧੀਆਂ ਸਿੱਧੀਆਂ ਦੇ ਨਾਲ ਗੋਰਖ ਪਹੁੰਚ ਗਿਆ ਚੰਦ ਮਿੰਟਾਂ ਦੇ ਵਿੱਚ। ਤੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਵੀ ਸਮਾਧੀ ਲਾਈ ਬੈਠੇ ਨੇ ਅਗਾਹਾਂ ਜਾ ਕੇ। ਉੱਥੇ ਇੱਕ ਮੱਝੀਆਂ ਚਾਰਨ ਵਾਲੇ ਨੂੰ ਪੁੱਛਣ ਲੱਗਿਆ, ਕਹਿੰਦੇ ਆ ਜਿਹੜੇ ਫਕੀਰ ਬੈਠੇ ਨੇ ਇਹਨਾਂ ਨੂੰ ਕਿੰਨਾ ਕੁ ਟਾਈਮ ਹੋ ਗਿਆ ਇਹਨੂੰ? ਕਹਿੰਦੇ ਤੁਸੀਂ ਸਮੇਂ ਦੀ ਗੱਲ ਕਰਦੇ ਹੋ। ਉਹ ਮੱਝੀਆਂ ਚਾਰਨ ਵਾਲਾ ਕਹਿਣ ਲੱਗਾ ਮੇਰਾ ਪਿਤਾ ਸਾਡੇ ਦਾਦੇ ਪੜਦਾਦੇ ਹੋ ਕੇ ਚਲੇ ਗਏ ਤਾਂ ਜੁੱਗਾਂ ਤੋਂ ਲੈ ਕੇ ਇਸੇ ਜਗ੍ਹਾ 'ਤੇ ਐਵੇਂ ਪਲਾਥੀ ਮਾਰ ਕੇ ਬੈਠੇ ਹੋਏ ਨੇ, ਇੰਨਾ ਸਮਾਂ ਹੋ ਗਿਆ ਇਹਨਾਂ ਨੂੰ ਬੈਠਿਆਂ। ਹੈਰਾਨ ਰਹਿ ਗਿਆ, ਕਹਿੰਦੇ ਕਮਾਲ ਦੀ ਗੱਲ ਹੈ। ਚਲੋ ਬਿਠਾਇਆ ਗੁਰੂ ਨਾਨਕ ਮਹਾਰਾਜ ਨੂੰ, ਜਿਹੜਾ ਸੀ ਬਚਨ ਵਿਲਾਸ ਕੀਤੇ ਮਹਾਰਾਜ ਨੂੰ। ਕਹਿਣ ਲੱਗੇ ਮਹਾਰਾਜ ਦਿਖਾ ਦਿਓ ਇਹ ਸਵਰਨਪੁਰੀ ਸ਼ਹਿਰ ਦੇ ਵਿੱਚ। ਸਵਰਨਪੁਰੀ ਸ਼ਹਿਰ ਉਸ ਨੂੰ ਇਸ ਕਰਕੇ ਕਿਹਾ ਜਾਂਦਾ ਸੀ ਕਿ ਉੱਥੇ ਜਿਹੜੀਆਂ ਸੜਕਾਂ ਸੀ, ਘਰ ਮਕਾਨ ਸੀ, ਜੋ ਵੀ ਸੀ ਉੱਥੇ ਬਣਿਆ ਹੋਇਆ, ਉਹ ਸਭ ਦਾ ਸਭ ਸੋਨੇ ਦਾ ਤੇ ਚਾਂਦੀ ਦਾ ਬਣਿਆ ਹੋਇਆ ਸੀ। ਸਵਰਨਪੁਰੀ ਸ਼ਹਿਰ, ਸਵਰਨਪੁਰੀ ਸ਼ਹਿਰ। ਜਿਵੇਂ ਭਗਤ ਰਵਿਦਾਸ ਜੀ ਕਹਿੰਦੇ ਨੇ ਨਾ, ਬੇਗਮਪੁਰਾ ਸ਼ਹਿਰ ਕੋ ਨਾਉ, ਬੇਗਮ ਬਿਨਾਂ ਗਮ ਤੋਂ, ਜਿੱਥੇ ਕੋਈ ਗਮ ਨਹੀਂ। ਭਗਤ ਰਵਿਦਾਸ ਜੀ ਕਹਿੰਦੇ ਹਨ ਉਸ ਸ਼ਹਿਰ ਦਾ ਵਸਨੀਕ ਬਣ ਜਾ ਜਿਹੜੇ ਸ਼ਹਿਰ ਦੇ ਵਿੱਚ ਕੋਈ ਗਮ ਨਹੀਂ ਹੈ। ਬੇਗਮਪੁਰਾ ਸ਼ਹਿਰ ਕੋ ਨਾਉ, ਸ਼ਹਿਰ ਦਾ ਨਾਮ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਵਿੱਚ ਅੰਮ੍ਰਿਤਸਰ ਸਿਫਤੀ ਦਾ ਕਰ ਸ਼ਹਿਰ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਕਿ ਉਹ ਸ਼ਹਿਰ ਦੇ ਵਿੱਚ ਕਹਿਣ ਲੱਗੇ ਚਲੋ ਹੁਣ ਦਿਖਾਓ। ਗੁਰੂ ਨਾਨਕ ਮਹਾਰਾਜ ਕਹਿਣ ਲੱਗੇ ਚੰਗਾ ਚਲਿਆ ਜਾ, ਸਵਰਨਪੁਰੀ ਸ਼ਹਿਰ ਦੇ ਅੰਦਰ ਚਲਿਆ ਜਾ, ਜਿਹੜਾ ਇੱਥੋਂ ਦਾ ਰਾਜਾ ਬੈਠਾ ਤੂੰ ਰਾਜੇ ਨੂੰ ਜਾ ਕੇ ਮਿਲ, ਤੇ ਰਾਜੇ ਨੂੰ ਮਿਲ ਕੇ ਤੂੰ ਇੱਕੋ ਹੀ ਗੱਲ ਕਹੀ ਕਿ ਮੈਂ ਤੈਨੂੰ ਮਿਲਣ ਵਾਸਤੇ ਆਇਆ ਸੀ, ਤੇਰੇ ਨਾਲ ਕੁਝ ਬਚਨ ਵਿਲਾਸ ਜਿਹੜੇ ਨੇ ਉਹ ਕਰਨੇ ਨੇ। ਤੇ ਜਦੋਂ ਇਹ ਗੋਰਖ ਗਿਆ ਤੇ ਅੱਗੋਂ ਪਹਿਰੇਦਾਰ ਖੜੇ ਸੀਗੇ ਰਾਜੇ ਦੇ, ਉਹ ਪਹਿਰੇਦਾਰਾਂ ਨੇ ਸੀ ਜਿਹੜਾ ਗੋਰਖ ਨੂੰ ਪਕੜ ਲਿਆ। ਕਹਿੰਦੇ ਤੇਰੇ ਫਟੇ ਪੁਰਾਣੇ ਕੱਪੜੇ ਨੇ, ਜੁੱਤਾ ਤੇਰੇ ਪੈਰ ਵਿੱਚ ਨਹੀਂ, ਤੂੰ ਰਾਜੇ ਨੂੰ ਮਿਲਣ ਵਾਸਤੇ ਆਇਆ, ਤੈਨੂੰ ਨਹੀਂ ਮਿਲਣ ਦੇਵਾਂਗੇ, ਤੈਨੂੰ ਨਹੀਂ ਮਿਲਣ ਦੇਣਾ। ਕਿਉਂ? ਉਹਨੇ ਆਪਣਾ ਜਿਹੜਾ ਪਹਿਰਾ ਸੀਗਾ ਉਹ ਸਖਤ ਲਾਇਆ ਹੋਇਆ ਸੀ, ਸਖਤ। ਕਿਉਂਕਿ ਜਿਹੜੀ ਜ਼ਿੰਦਗੀ ਨੂੰ ਜ਼ਿਆਦਾ ਖਤਰਾ ਹੋਵੇ ਉਹ ਆਪਣੇ ਤੇ ਸਖਤ ਪਹਿਰਾ ਲਾ ਕੇ ਰੱਖਦੇ ਨੇ। ਇਹਦੇ ਦੋ ਕਾਰਨ ਵਰਨੇ ਨੇ ਸਖਤ ਪਹਿਰਾ ਲਾਉਣ ਦੇ। ਜਾਂ ਤੇ ਜ਼ਿੰਦਗੀ ਚੰਗੀ ਇੰਨੀ ਹੈ ਕਿ ਇਸ ਚੰਗੀ ਜ਼ਿੰਦਗੀ ਵਰਗੀ ਹੋਰ ਚੰਗੀ ਜ਼ਿੰਦਗੀ ਹੈ ਨਹੀਂ, ਇੱਕ ਗੱਲ। ਦੂਜੀ ਗੱਲ, ਜਾਂ ਮਨੁੱਖ ਦੀ ਜ਼ਿੰਦਗੀ ਨੇ ਮਾੜੇ ਕੰਮ, ਪੁੱਠੇ ਕੰਮ ਇੰਨੇ ਕੀਤੇ ਨੇ, ਇਹਨੂੰ ਦੁਸ਼ਮਣ ਹੀ ਦੁਸ਼ਮਣ ਇਹਦੇ ਪੈਦਾ ਹੋ ਗਏ ਨੇ, ਇਹਨੂੰ ਬਹੁਤ ਖਤਰਾ ਹੈ ਕਿ ਹੁਣ ਕੌਣ ਮੈਨੂੰ ਆ ਕੇ ਖਤਮ ਕਰ ਦੇਵੇਗਾ। ਦੋ ਕਾਰਨ ਬਣਦੇ ਨੇ। ਖਤਰਾ ਹਮੇਸ਼ਾ
दो जगह ते हुंदा है। ਜਾਂ तो जिंदगी इन्नी चंगी है कि होर कोई जिंदगी चंगी नहीं है इस तो, ते जां जिंदगी दे विच गुनाह ही बंदे ने एडे वड्डे वड्डे कीते ने कि उन्हां नूं अपने इर्द गिर्द पहरा लाउणा दे रख रहा है, ते सब दे सब पहरे ला के रखते हैं। भावें दुनियादारी दे विच ओह बोलदे ने कि असीं चंगे कर्म कीते है, असीं चंगे कर्म करांगे। जे इन्ने चंगे काम कीते तो फिर आ जिहड़े एडे एडे बाडीगार्ड रखे हुए ने काहदे वास्ते रखे है? जिन्हें कोई चंगा काम किया होवे उहनूं कदे लोड़ पैंदी है? चंगी जिंदगी होवे तो उहनूं कदे भी लोड़ नहीं पैंदी एडे एडे पहरे लाउण दी। राजे दे वजीरां ने धक्के मार के गोरख नूं बाहर भेज दिता, कहंदे चलिया जा, नहीं तू राजे नूं मिल सकदा, हुण नहीं तू राजे नूं मिल सकदा। गोरख चलिया गया। गुरु नानक देव साहिब जी महाराज कहन लगे, भाई मुड़िया है निराशा हो के, कहंदे जी मैनूं अगे पहरेदारां ने नहीं जाण दिता। गुरु नानक महाराज कहन लगे, चंगा तू एक गेड़ा होर लाया, एक बारी तू होर जा। फिर चलिया गया। राजे ने सख्त शब्दों के विच कहा सी कि किसी नूं अंदर नहीं आउण देना, मेरे कोले अंदर नहीं किसी नूं आउण देना। बड़े सख्त उन्हें पहरा लाया होया सी। और फिर चलिया गया। उन्हां पहरेदारां ने गोरख नूं फिर वापस भेजता। जे सोचिए मेरे हिसाब दे नाल अज अजोके समय दे विच भी कुत्ते खानी यह सारिਆਂ नहीं हो रही है, पर बंदा संभलदा नहीं, ये संभलदा नहीं। जे इत्थों गुरु नानक महाराज उपदेश दे देना भी रुक जा, रुकदा नहीं है। जिथे जिथों गुरु नानक रोकदे ने, जदों उधरों जुत्तियां पैण फिर इधर नूं आउंदा। गुरु नानक महाराज कहंदे तू इत्थे ही रुक जा, कोई तेनों चा चढ़िया जुत्तियां खाण दा, पहला उत्थे जावेगा, खज्जल खुआर होवेगा, धन खराब करेगा, अपना समा बर्बाद करेगा, फिर जुत्तियां खा के फिर इत्थे आवेंगा, पहले ही आ जा। हर एक दे नाल यही हुंदी है। दुनिया भजदी है उन्हां दे बगल, बड़े भजदे ने। आ साडे वाला लाना तां असीं ते लाणे वाले बाहले भजदे हैं। ते मिलिया मुलिया सानू कुछ नहीं अज ताईं, ना मिलना। कोई साडे नगरां दे विच कोई बच्चा जज नहीं लग्या होया, कोई तहसीलदार नहीं लग्या होया, कोई पुलिस महकमे दे विच वड्डे अहुदे ते नहीं, कोई फौज दे महकमे दे विच वड्डे अहुदे ते नहीं, किसी वड्डे अहुदे ते साडा कोई बच्चा नहीं है। असीं फिर भी जुत्तियां चढ़दे हैं जा के, फिर भी नहीं हटदे। दोबारे फिर गुरु नानक महाराज कहन लगे, लै हुण जा, फिर एक आवाज़ ले जा, एक आवाज़ सुनियो जरा। पहले तो क्या सी ना कि तू जा, दो बारी वापस भेजा। हुण गुरु नानक महाराज कहंदे एक बचन साडा सुन जा कि ओहदे तू बार ते दरवाजे ते जाई, दरवाजे ते जाके तू अंदर जाण दे यतन ना करी। गुरु नानक महाराज का देखो तरीका समझाउण दा। दरवाजे ते खड़ के तू एक आवाज़ लाई, वो तेरी आवाज़ ये होगी कि ऐ मेरे गुरु मछिंद्र नाथ, तू बाहर उठ के आ, मैं चेला तेरा गुरु गोरखनाथ तैनू मिलने वास्ते आया। ये आवाज़ लावी। गोरखनाथ कहन लग्या, महाराज ठीक है जिवें तुसीं कहने हो। फिर मान लिया वचन गुरु नानक महाराज का, ते बचन मन्निया। जदों गया ना गाहां पहरेदारां दे कोले, पहरेदारां दे कोल खड़ के कहन लग्या, हुण तुसीं डरो ना, मैं अंदर जाण दे यतन नहीं करूँगा। पहले तो अंदर जाना पैंदा सी ना, हुण अंदर जाण दे यतन नहीं करूँगा, मैं इत्थे खड़ के एक आवाज़ लाउणी है। वो आवाज़ गुरु नानक देव साहिब जी महाराज ने दसी। जदों गोरखनाथ ने दर ते खड़ के कहा, कहंदे उठ जाग मछिंद्रा,
मैं तेरा चेला गोरखनाथ तैनू मिलने वास्ते आया, जेड़ा स्वर्णपुरी का राजा बैठा सी उहदा उसे वक्त ही पलंग हलना शुरू हो गया। पलंग। मेरा चेला गोरखनाथ, कहते गोरखनाथ नूं ते मैं एक अखियां नहीं दित्तियां सी जिहड़ा मैनू एडी दूर आके देख सके। फिर वो जिहड़ा अंदर बैठा सी वो हल गया, अंदरों सिंघासन हल गया। इस गल सुन के जदों कोई गुरु नानक महाराज का बचन सुनता है ना, बचन, उस मनुख के अंदरों बुराइयां का सिंघासन हलदा है। फिर अंदरों सिंघासन हलदा है, फलारे मालदा है, डोलदा है, तो वह सब दियां सब बुराइयां नूं अक्सर मनुख के अंदरों उखड़ के बाहर आना पैंदा है जदों कोई गुरु का बचन मन ले। सिंघासन हल गया, कह लग्या भी मैं तो अपने चेले नूं एडा वड्डा बनाया ही नहीं सी, जरूर कोई ना कोई वड्डी शक्ति इन्हां दे नां लाई है। ते जदों इस गल का पता लग्या तो उन्हें अपने भेटावां लैतियां कुछ ना कुछ, ते वो महलां दे एक पासे दे होके ते गुरु नानक देव साहिब जी महाराज दे कोल पहुंच गए। महाराज तुसी किरपा करो, तुसी मेरे महलां दे विच चरण पाओ। गोरखोती खड़ा गुरु नानक देव साहिब जी महाराज नूं ले आए। आगे गुरु नानक देव साहिब जी महाराज हथ जोड़ के कहन लग्या, कहंदा मैनू इस गल दे ते पक्का यकीन हो गया कि मैं कौन है, कित्थों आया, कदों आया, किवें आया, इन्हां सारियां गल्लां दा तुहानूं मेरा पता है, तुहानूं मेरा पता है। देखो एक मछिंद्र नाथ गुरु नानक महाराज नूं ये गल कह रहे, तुहानूं पता है। बंदा कह दिंदा है परमात्मा तैनूं की पता मैं माड़े काम करदा, किसे बारे माड़ा सोच रहे हैं, किसे बारे गलत कर रहे हैं, रब्बा तैनूं की पता है, तू तां कल्ले गुरद्वारे दे विच है, मत किसे चक्कर दे विच रहना। सर्व व्यापक है परमात्मा, हर एक जगह ते साडा नोट कर रहा सब कुछ। सिंघासन ते बैठा गुरु नानक महाराज नूं कहन लग्या, जी तुहानूं पता है। गुरु नानक देव साहिब जी महाराज कहन लगे, चंगा फिर हुण तूं ये शहर छड्ड दे। इन्ने नूं राणियां भी जिहड़ियां सीगियां ते वो भी आ गईयां, अहलकार जिहड़े सीगे महलां दे विच सारे इकट्ठे हो गए भी कोई फकीर आया। राणियां कहन लगियां, फकीर जी की गल हो गई? मछिंद्र नाथ ते कर गया चुप। गुरु नानक देव साहिब जी महाराज कहन लगे, ये जिहड़ा उच्चे सिंघासन ते लम्मे समय तो लैके तुहाडा राजा बनिया होया ना, ये तुहाडा राजा नहीं है, राजा नहीं है। कहन लगे जी असी ते इते साडा लिबास भी है, इन्हां कोले बाणा ताणा भी है, इन्ना समा हो गया, इते साडा ही राजा है। रानियां नूं गुरु नानक देव साहिब महाराज कहन लगे, तुहाडा राजा नहीं है, ये ते कोई भेख बदल के इस सिंघासन ते राजे वाले ते बैठा होया है। ते रानियां कहंदियां, फिर महाराज साडा फकीर जी राजा किधर चलिया गया? पुराने जमानिਆਂ ਦਾ समा लोग जिहड़े सीगे वो रब दे भगतां दे, फकीरां दे, पैगंबरां दी सत्कार करया करदे सी, क्योंकि उन्हां समयां दे विच कदे कदाई किसी फकीर ने नगर दे विच कोई भोजन पानी लैण वास्ते आउणा। वैसे तो हुण बेचारे लोग भी की करन, हुण तां हर एक ने ये अपना धंधा ही बना लिया मंगण दा। दोने ही गल्लां बराबर ने, सत्कार करके करिए की धंधा ही बना लिया। सारा दिन मंगते रहंदे ने, सारा दिन मंगते रहंदे ने, ते शाम नूं फिर वो शराब के ठेकिਆਂ ते खड़े हुंदे ने, धंधा बने। हकीकत है कोई ये गलत गल नहीं है। बहुती दुनिया ने धंधा बना लिया है, चंगे भले ने काम कोई भी नहीं करना, काम नहीं करना, बस हाथ अड्ड के सारा दिन मंगी जाना। अपने बच्चों भी इसे काम ते ला देंगे ने। आ छोटे छोटे बच्चे शहरों के विच मंगते फिरदे हुंदे ने, मंगते बनाया होया, धंधा बनाया है। तो इन्हां ने कहते जी सानू तो यही है भी साडा राजा ही यही है। चलो जे ये साडा राजा नहीं है तो फिर सानू दिखाओ कि साडा राजा कित्थे है। हुण अरदासां 3 पासों हो गईयां।
एक तो रानियां कहंदियां साडा राजा दिखाओ, एक मछिंद्र नाथ कहंदा मैनू मेरे चेले दे सामने प्रगट ना करो, तो एक चेला दर ते खड़ा है, वह कहंदा मैनू दिखाओ मेरा गुरु किहो जिहा। तीन अरदासां हो गईयां। तो गुरु नानक देव साहिब जी महाराज कहन लगे, चंगा राजन, कहंदे जे तू असली राजा है तो फिर जेड़े सिंघासन ते बैठा, कहंदे सिंघासन पट ला थल्ले। वो सिंघासन पटिया गया। सिंघासन पट के ते उहदे विचों एक करंग निकलिया। गुरु नानक महाराज राणियां नूं कहन लगे, आ जिहड़ा करंग है ना, ये तुहाडे असली राजे दा करंग है। इहने मार के इहनूं इत्थे दबता, इहदे उत्ते सिंघासन ला के आ बैठ गया। किसी नूं की पता है? राजे नूं मार के ਉਹਨੂੰ ਇੱਕੋ जगह ते दब के उस ही जगह ते सिंघासन ला के ਉੱਚਾ हो के बैठ गया। किसी ਨੂੰ ਕੀ पता लगना है? बंदा कहंदा ना, ਇੱਥੇ ਤੇ ਮੈਨੂੰ ਕੋਈ देखदा ही नहीं, किसी ਨੂੰ ਕੀ पता लगना? ना 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 ना, बंदे नूं किसी नूं पता नहीं लगना, पर परमात्मा तो तू कदे लुको के नहीं कुछ कर सकदा। चक्कर दे विच ना रही, ये चक्कर दे विच नहीं रहना, बंदे तो छुप जावेगा। गुरु नानक देव साहिब जी महाराज कहते, जेड़े लुक लुक के पाप कमाउना इस जगह ते प्रगट हो जाने ने, एक दिन तेरे छुपे हुए पाप प्रगट होने ने। सिंघासन पड़दे दा करंग निकलिया आ, ते एक पासे खड़ा है राजा। राणियां नूं कहन लगे, जी ये तुहाडा राजा है, इन्हें असली राजे नूं मार के इत्थे दबिया सी। राणियां कहन लगे, जी हुण करंग है, ते करंग दा सानूं की पता लगे भी करंग दे साडा राजे दा करंग है। गुरु नानक देव साहिब जी महाराज ने गड़वा लेता जल दा, मूल मंत्र पढ़ के वो जल दे छिट्टे सी जिहड़े करंग ते पाए, ते ओदी आत्मा सी जिहड़ी राणियां नूं कहन लगी, हुण तुसीं इहदे नाल गल कर लो। राणियां दे नाल उस आत्मा दीयां गल्लां गुरु नानक देव साहिब जी महाराज ने करवाईयां ने। वो कहन लगा, ये तुहाडा असली राजा नहीं है, मैनू तो बहुत लंबे समय तो लैके इहने मार के इत्थे दफना दिता सी। सामने प्रगट होया गुरु नानक देव साहिब जी महाराज के चरणों ते ढह पिया मछिंद्र नाथ। लाज रखो दो पास्यों, एक तो यह सी कि जेड़े हुण वजीर अहलकार ने, जेड़े मैनू राजा समझी बैठे सी ये मारनगे, ते एक पासे चेला। गुरु नानक देव साहिब जी महाराज के चरणों ते ढह पिया, महाराज करो किरपा। कहन लगे, जो तेरा इन्हां दे सामने जाहिर होना सी, ते तू हो चुके हैं। राजियां वाला जिहड़ा भेख है ये हुण तू ला दे, बहुता समा नहीं हुणे चलना। ते वो जिहड़ियां पोशाकां पहनियां होईयां सी राजे महाराजियां वालियां, वो लाउणियां पै गईयां मछिंद्र नाथ नूं। जिहड़ा मनुख दे सिर ते हंकार है ना, क्रोध है, लोभ है, ये इन्हां दियां जिहड़ियां पोशाकां पहनियां होईयां ने, ये लाउणियां पैंदियां इत्थे आके, इत्थे लाउणियां पैंदियां इत्थे आके। ला इन्हां नूं। गुरु नानक महाराज बाणी दे विच यही कहंदे ने, इन्हां नूं ला पहलां, अपने असली रूप दे विच आ तूं। असली रूप दे विच जदों तो असली रूप दे विच आवेंगा ना, फिर महाराज कहंदे तूं हथ जोड़ के देखी, हथ जोड़ के अरदास करी परमात्मा दे अगे। जदों तू अपनियां अखियां खोलेगा, परमात्मा तेरे सामने खड़ा होगा। बोलो सतनाम। परमात्मा तेरे सामने खड़ा होगा, पर तू अरदास कर जन बन के, बंदा बन के। ते गुरु नानक देव साहिब जी महाराज नूं उन्हें वो सारियां सी जिहड़ियां पोशाकां ला दित्तियां, जिहड़ी परत चढ़ाई हुई सी। मनुख दे परतदार परत चढ़दी है ना, हंकार दी चढ़ गई, कदे लोभ दी, कदे काम दी, कदे क्रोध दी, कदे मोह दी, परतदार परत चढ़दी रहिंदी है जिंदगी ते। गुरु नानक देव साहिब जी महाराज कहन लगे, मछिंद्र नाथ हुण तेरे चेले की अरदास है कि मैनू दिखाओ कि मेरा गुरु किवें कच्चा है, ते तू कहना कि मैनू मेरे चेले के सामने ना प्रगट करियो। फिर गुरु नानक देव साहिब जी महाराज कहन लगे, ऐ मछिंद्र नाथ, कहंदे हुण तू इन्हां महलां दे
ਪਿਛਾਂ ਵਾਲੇ ਰਸਤੇ ਦੇ ਵਿੱਚ ਦੀ ਪਹਾੜੀਆਂ ਵੱਲ ਚਲਿਆ ਜਾ। ਜੇ ਆਪਣਾ ਕੁਝ ਸਫਲਾ ਕਰਨਾ ਚਾਹੁੰਦਾ ਤੇ ਨਾਮ ਜਪ। ਇੱਧਰੋਂ ਜਦੋਂ ਮਛਿੰਦਰ ਮਹਿਲਾਂ ਵਿੱਚੋਂ ਨਿਕਲਣ ਲੱਗਿਆ ਤੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਆਵਾਜ਼ ਮਾਰ ਲਈ ਗੋਰਖਨਾਥ ਨੂੰ ਕਿ ਭਾਈ ਗੋਰਖਨਾਥ, ਹੁਣ ਤੂੰ ਅੰਦਰ ਆ ਜਾ, ਤੈਨੂੰ ਤੇਰਾ ਦਿਖਾਈਏ ਗੁਰੂ ਕਿਵੇਂ ਕੱਚਾ ਹੈ। ਦੇਖੋ, ਜਦੋਂ ਪਰਮਾਤਮਾ ਆਵਾਜ਼ ਮਾਰਦਾ ਹੈ ਤੇ ਉਦੋਂ ਰਾਜੇ ਮਹਾਰਾਜਿਆਂ ਦੇ ਜਿਹੜੇ ਵੱਡੇ ਵੱਡੇ ਮਹਿਲ ਬਣੇ ਹੁੰਦੇ ਨੇ ਉੱਥੇ ਜਾਣਾ ਕਿੰਨਾ ਆਸਾਨ ਹੋ ਜਾਂਦਾ ਹੈ, ਵੱਡੇ ਮਹਿਲਾਂ ਦੇ ਵਿੱਚ, ਤੇ ਉਂਝ ਕੋਈ ਜਾਣ ਨਹੀਂ ਦਿੰਦਾ। ਪਰ ਜਿੱਥੇ ਗੁਰੂ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੋਵੇ ਉੱਥੇ ਜਾਣਾ ਕਿੰਨਾ ਆਸਾਨ ਹੈ, ਕਿੰਨਾ ਆਸਾਨ ਤਰੀਕੇ ਦੇ ਨਾਲ ਮਨੁੱਖ ਚਲਿਆ ਜਾਂਦਾ ਹੈ। ਗੋਰਖਨਾਥ ਆਇਆ ਜਦੋਂ ਅੰਦਰੋਂ ਤੇ ਮਛਿੰਦਰ ਨਾਥ ਲੰਘ ਰਿਹਾ ਸੀ ਤੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਆਵਾਜ਼ ਮਾਰੀ, ਕਹਿੰਦੇ ਗੋਰਖਨਾਥ, ਕਹਿੰਦੇ ਉਹ ਦੇਖ ਜਿਹੜਾ ਮਹਿਲਾਂ ਦੇ ਪਿੱਛੇ ਜੀ ਲੰਘ ਰਿਹਾ ਇਹ ਤੇਰਾ ਗੁਰੂ ਮਛਿੰਦਰ ਨਾਥ ਹੈ, ਉਹ ਜਾ ਰਿਹਾ, ਕਹਿੰਦੇ ਦੇਖ ਲਾ। ਗੁਰੂ ਨਾਨਕ ਮਹਾਰਾਜ ਨੇ ਦਿਖਾ ਦਿੱਤਾ। ਗੋਰਖਨਾਥ ਵੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਚਰਨਾਂ ਤੇ ਆ ਕੇ ਢਹਿ ਪਿਆ, ਕਹਿੰਦੇ ਮਹਾਰਾਜ, ਮੈਂ ਜੋ ਕੁਝ ਤੁਹਾਡੀ ਰਸਨਾ ਤੋਂ ਸੁਣਿਆ ਸੀ ਅੱਜ ਉਹ ਵੇਖ ਵੀ ਲਿਆ। ਭਾਵੇਂ ਉਮਰ ਦੇ ਵਿੱਚ ਤੁਸੀਂ ਬੜੇ ਛੋਟੇ ਹੋ। ਗੋਰਖਨਾਥ ਕਹਿਣ ਲੱਗਿਆ, ਮੈਂ ਉਮਰ ਦੇ ਵਿੱਚ ਵੱਡੀ ਉਮਰ ਦੇ ਵਿੱਚ ਹਾਂ, ਵਡੇਰੀ ਉਮਰ ਦੇ ਵਿੱਚ ਹਾਂ ਮੈਂ, ਪਰ ਮੈਂ ਆਪਣੀ ਉਮਰ ਦਾ ਅਤੇ ਮੈਂ ਆਪਣੀ ਵਿੱਦਿਆ ਦਾ ਹੰਕਾਰ ਕਰ ਬੈਠਾ ਸੀ ਕਿ ਸ਼ਾਇਦ ਤੁਸੀਂ ਤੇ ਮੈਥੋਂ ਛੋਟੇ ਹੋ, ਤੁਹਾਨੂੰ ਤੇ ਇੰਨਾ ਗਿਆਨ ਨਹੀਂ ਹੋਣਾ। ਗੁਰੂ ਨਾਨਕ ਮਹਾਰਾਜ ਕਹਿੰਦੇ ਨਹੀਂ, ਉਮਰ ਦੀਆਂ ਲਿਹਾਜ਼ਾਂ ਪਰਮਾਤਮਾ ਦੇ ਘਰ ਦੇ ਵਿੱਚ ਨਹੀਂ ਚੱਲਦੀਆਂ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ, ਦੇਖ, ਗੁਰੂ ਨਾਨਕ ਮਹਾਰਾਜ ਦੇ ਚਰਨਾਂ ਤੇ ਢਹਿ ਪਿਆ, ਕਹਿਣ ਲੱਗੇ ਮਹਾਰਾਜ ਹੁਣ ਕਿਰਪਾ ਕਰਕੇ ਬਖਸ਼ ਦਿਓ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ, ਜਿਹੜੇ ਤੁਸੀਂ ਆਪਣੀ ਬਹੁਤੀ ਪੜ੍ਹੀ ਹੋਈ ਵਿੱਦਿਆ ਦਾ ਹੰਕਾਰ ਕਰਦੇ ਹੋ, ਮਾਣ ਕਰਦੇ ਹੋ, ਇਹ ਜਿਹੜਾ ਹੰਕਾਰ ਹੈ ਤੁਸੀਂ ਇਹ ਹੰਕਾਰ ਦੀਆਂ ਪਰਤਾਂ ਆਪਣੀ ਜ਼ਿੰਦਗੀ ਤੋਂ ਲਾ ਦਿਓ, ਜੇ ਕੁਛ ਜ਼ਿੰਦਗੀ ਦੇ ਵਿੱਚ ਖੱਟਣਾ ਚਾਹੁੰਦੇ ਹੋ ਤੇ। ਜੇ ਕੁਝ ਖੱਟਣਾ ਹੈ ਤਾਂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜੀਆਂ ਨੇ ਗੋਰਖਨਾਥ ਨੂੰ ਕਿਹਾ, ਕਹਿੰਦੇ ਜੇ ਜ਼ਿੰਦਗੀ ਜਿਉਣੀ ਹੈ ਨਾ, ਅਧੂਰੀ ਜ਼ਿੰਦਗੀ ਜਿਉਣ ਦਾ ਕੋਈ ਆਨੰਦ ਨਹੀਂ, ਜ਼ਿੰਦਗੀ ਪੂਰੀ ਜਿਉਂ ਕੇ ਦੇਖ ਕਿੰਨਾ ਆਨੰਦ ਆਵੇਗਾ। ਕੱਚੀ ਜ਼ਿੰਦਗੀ ਜਿਉਣ ਦਾ ਕੀ ਫਾਇਦਾ, ਕੱਚੇ ਤੇ ਫਿਰ ਚੜ ਜਾਂਦੇ ਨੇ। ਜੇ ਜ਼ਿੰਦਗੀ ਜਿਉਣੀ ਹੈ ਤੇ ਫਿਰ ਪੱਕੀ ਜ਼ਿੰਦਗੀ ਜਿਉਂ ਕੇ ਦੇਖ ਕੇ ਇਸ ਦਾ ਆਨੰਦ ਕੀ ਹੈ। ਕਿਸੇ ਵੀ ਪੱਖ ਤੋਂ ਕਿਸੇ ਦੀ ਜ਼ਿੰਦਗੀ ਕੱਚੀ ਨਾ ਰਹੇ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜੀਆਂ ਨੇ, ਪਾਤਸ਼ਾਹੀਆਂ ਨੇ, ਸਾਨੂੰ ਅਕਾਲ ਪੁਰਖ ਮਹਾਰਾਜੀਆਂ ਨੇ ਸ਼ਬਦ ਦੇ ਲੜ ਲਾਇਆ, ਜਿਹੜੇ ਨੂੰ ਸੁਰਤ ਕਰਕੇ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਸ਼ਬਦ ਦੇ ਲੜ ਲੱਗੀ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਤੇਰੀ ਇਸ ਜ਼ਿੰਦਗੀ ਦਾ ਜਿਹੜਾ ਕੱਚਾਪਣ ਹੈ ਉਹ ਪੱਕਿਆਂ ਦੇ ਵਿੱਚ ਤਬਦੀਲ ਹੋ ਜਾਵੇਗਾ। ਪੱਕਿਆਂ ਦੇ ਵਿੱਚ ਜ਼ਿੰਦਗੀ ਕੱਚੀ ਹੈ, ਜ਼ਿੰਦਗੀ ਅਧੂਰੀ ਹੈ। ਜ਼ਿੰਦਗੀ ਨੂੰ ਪੱਕਿਆਂ ਕਰਨ ਵਾਸਤੇ, ਜ਼ਿੰਦਗੀ ਨੂੰ ਪੂਰੀ ਕਰਨ ਵਾਸਤੇ ਪਰਮਾਤਮਾ ਦੇ ਚਰਨਾਂ ਦੇ ਵਿੱਚ ਪਹੁੰਚਦੇ ਹਾਂ ਕਿ ਪਰਮਾਤਮਾ ਤੇ ਹਰ ਇੱਕ ਪੱਖ ਤੋਂ ਗੁਰੂ ਸਾਹਿਬ ਜੀ ਮਹਾਰਾਜ ਜਦੋਂ ਵੀ ਗੁਰੂ ਨਾਨਕ ਮਹਾਰਾਜ ਦੇ ਚਰਨਾਂ ਦੇ ਵਿੱਚ ਕੋਈ ਅਰਦਾਸਾਂ ਬੇਨਤੀਆਂ ਕਰਦਾ ਹੈ, ਜਿਹੜੇ ਪਾਸੇ ਤੋਂ ਮਨੁੱਖ ਫਿਰ ਤਿਲਕਣ ਲੱਗਦਾ, ਗੁਰੂ ਨਾਨਕ ਮਹਾਰਾਜ ਉੱਥੇ ਹੀ ਬਾਂਹ ਪਕੜ ਲੈਂਦੇ ਨੇ, ਉੱਥੇ ਪਕੜ ਲੈਂਦੇ ਨੇ। ਮਨੁੱਖ ਮੰਗਦਾ ਰਹਿੰਦਾ ਪਰਮਾਤਮਾ ਤੋਂ, ਕਈ ਮੰਗਾਂ ਮਨੁੱਖ ਦੀਆਂ ਪੂਰੀਆਂ ਨਹੀਂ ਹੁੰਦੀਆਂ। ਤਾਂ ਅਕਾਲ ਪੁਰਖ ਨੂੰ ਪਤਾ ਹੈ ਕਿ ਜੇ ਇਹਨੂੰ ਇਹ ਦੇ ਦਿੱਤਾ ਜੋ ਇਹ ਮੰਗ ਰਿਹਾ ਹੈ, ਇਸ ਦਿੱਤੇ ਤੋਂ ਇਹਨੂੰ ਦੁੱਖ ਇਹਦੇ ਵੱਧ ਜਾਣੇ ਨੇ। ਇਸ ਕਰਕੇ ਪਰਮਾਤਮਾ ਉਸ ਨੂੰ ਨਹੀਂ ਦਿੰਦੇ। ਗਿਲਾ ਸ਼ਿਕਵਾ ਨਹੀਂ ਕਰਨਾ ਪਰਮਾਤਮਾ ਤੇ। ਗਿਲੇ ਸ਼ਿਕਵੇ ਇੱਥੇ ਆ ਕੇ ਨਿਕਲਦੇ ਨੇ ਤਾਂ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਫਿਰ ਤੂੰ ਸੁਖਮਨੀ ਸਾਹਿਬ ਦਾ ਪਾਠ ਕਰਿਆ ਕਰ। ਜੇ ਤੂੰ ਇਹ ਪਤਾ ਕਰਨਾ ਨੇ ਕਿ ਜੋ ਮੈਂ ਮੰਗ ਰਿਹਾ ਪਰਮਾਤਮਾ ਕਿਉਂ ਨਹੀਂ ਦਿੰਦਾ, ਤੇ ਸੁਖਮਨੀ ਸਾਹਿਬ ਦਾ ਪਾਠ ਕਰ, ਤੈਨੂੰ ਆਪੇ ਦੱਸ ਦੇਣਗੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਜਪਜੀ ਸਾਹਿਬ ਦਾ ਪਾਠ ਕਰ, ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਨਾਲ ਬਾਤਾਂ ਕਰ,
ਅੰਮ੍ਰਿਤ ਵੇਲੇ ਉੱਠ ਕੇ ਗੁਰੂ ਨਾਨਕ ਮਹਾਰਾਜ ਦਾ ਜਪਜੀ ਸਾਹਿਬ ਪੜ੍ਹ। ਪਰ ਜਿਹੜਾ ਕੰਮ ਫਿਰ ਸਾਨੂੰ ਅਕਾਲ ਪੁਰਖ ਕਹਿੰਦੇ ਨੇ ਉਹ ਤੇ ਅਸੀਂ ਕਰਨਾ ਨਹੀਂ, ਉਹ ਕੰਮ ਨਹੀਂ ਕਰਨਾ। ਹਾਂ, ਜੋ ਅਕਾਲ ਪੁਰਖ ਮਹਾਰਾਜ ਜਿਹੜੇ ਕੰਮਾਂ ਤੋਂ ਸਾਨੂੰ ਰੋਕਦੇ ਨੇ ਉਹ ਤਸੱਲੀ ਦੇ ਨਾਲ ਕਰਨੇ ਨੇ, ਜਮਾ ਤਸੱਲੀ ਦੇ ਨਾਲ। ਗੁਰੂ ਨਾਨਕ ਮਹਾਰਾਜ ਨੇ ਬੜੇ ਵਾਰੀ ਮਨੁੱਖ ਨੂੰ ਰੋਕਿਆ ਕਿ ਇਹ ਮਨੁੱਖ ਜਿਹੜੇ ਰਸਤੇ 'ਤੇ ਚੱਲ ਰਹੇ ਹੈ ਸਿਵਾਏ ਦੁੱਖਾਂ ਤੋਂ ਬਿਨਾਂ ਇਸ ਰਸਤੇ 'ਤੇ ਕੁਛ ਨਹੀਂ ਹੈ, ਕੁਛ ਵੀ ਨਹੀਂ। ਪਰ ਮਨੁੱਖ ਫਿਰ ਉਸੇ ਰਸਤੇ 'ਤੇ ਜਾਂਦਾ ਹੈ। ਤਾਂ ਕਈ ਵਾਰੀ ਮਨੁੱਖ ਦੀ ਜਿਹੜੀ ਜ਼ਿੰਦਗੀ ਹੈ ਉਹ ਮਨੁੱਖ ਦੀ ਮਨੁੱਖਾ ਜ਼ਿੰਦਗੀ ਨਹੀਂ ਰਹਿੰਦੀ, ਪਸ਼ੂਆਂ ਦੀ ਸ਼੍ਰੇਣੀ ਦੇ ਵਿੱਚ ਚਲਿਆ ਜਾਂਦਾ ਹੈ। ਕਈ ਆਦਤਾਂ ਪਸ਼ੂਆਂ ਦੀਆਂ ਹੁੰਦੀਆਂ ਨੇ, ਅੱਡੋ ਅੱਡੀ ਪਸ਼ੂਆਂ ਦੀਆਂ ਆਦਤਾਂ ਹੁੰਦੀਆਂ ਨੇ। ਸ਼ੇਰ ਦੀ ਅੱਡ ਆਦਤ ਹੈ, ਗਊ ਦੀ ਅੱਡ ਹੈ, ਅਤੇ ਜਿਹੜੇ ਬਘਿਆੜ ਨੇ ਉਹਨਾਂ ਦੀ ਆਦਤ ਅੱਡ ਹੈ, ਠੂਹੇ ਜਿਹੜੇ ਨੇ ਉਹਨਾਂ ਦੀ ਆਦਤ ਅੱਡ ਹੈ, ਬਾਂਦਰ ਜਿਹੜਾ ਹੈ ਉਹਦੀ ਆਦਤ ਅੱਡ ਹੈ। ਸਾਰੇ ਜਾਨਵਰਾਂ ਦੀ ਆਦਤ ਹੈ। ਜਿਹੜਾ ਮਨੁੱਖ ਜਪਜੀ ਸਾਹਿਬ ਪੜ੍ਹਦਾ ਹੈ ਉਹਨੂੰ ਇਹਨਾਂ ਗੱਲਾਂ ਦਾ ਪਤਾ ਲੱਗ ਜਾਂਦਾ ਵੀ ਕਿਤੇ ਮੇਰੀਆਂ ਜਾਨਵਰਾਂ ਵਾਲੀਆਂ ਆਦਤਾਂ ਤਾਂ ਨਹੀਂ, ਕਿਤੇ ਉਹ ਆਦਤਾਂ ਤਾਂ ਨਹੀਂ ਫਿਰਦਾ। ਮੈਂ ਹੈ ਤਾਂ ਮਨੁੱਖ, ਕਿਤੇ ਪਸ਼ੂਆਂ ਦੇ ਵਿੱਚ ਤੇ ਨਹੀਂ ਤੁਰਿਆ ਫਿਰਦਾ ਕਿ ਅੰਦਰੋਂ ਮੈਂ ਬਿਲਕੁਲ ਹੀ ਪਸ਼ੂ ਹੋਵਾਂ। ਆਦਤ ਮੇਰੀ ਕਿਹਦੇ ਵਾਲੀ ਹੈ? ਤਾਂ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਦੇ ਬਚਨ ਨੇ, ਬੜੇ ਅਮੋਲਕ ਬਚਨ ਨੇ। ਕਈ ਜਨਮ ਪਾਏ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕੁਰੰਗਾ। ਕਈ ਜਨਮਾਂ ਦੇ ਵਿੱਚੋਂ ਤੋਂ ਉਹਨਾਂ ਸ਼੍ਰੇਣੀਆਂ ਦੇ ਵਿੱਚੋਂ ਨਿਕਲ ਕੇ ਆਏ, ਕਿਤੇ ਅੱਜ ਵੀ ਤੇ ਉਸੇ ਸ਼੍ਰੇਣੀ ਦੇ ਵਿੱਚ ਨਹੀਂ ਤੁਰਿਆ ਫਿਰਦਾ ਮਨੁੱਖਾ ਜੀਵਨ ਲੈ ਕੇ, ਕਿਤੇ ਉੱਚੀ ਤੁਰਿਆ ਫਿਰਦਾ ਹੋਵੇਂ ਅੱਜ ਵੀ ਤੇਰੀਆਂ ਆਦਤਾਂ ਜਿਹੜੀਆਂ ਪਸ਼ੂਆਂ ਵਾਲੀਆਂ ਹੋਣ। ਕਿਸੇ ਦੀ ਆਦਤ ਗਊ ਵਰਗੀ ਹੋਵੇ, ਕਿਸੇ ਦੀ ਆਦਤ ਸ਼ੇਰ ਵਰਗੀ ਹੋਵੇ, ਕਿਸੇ ਦੀ ਆਦਤ ਸੱਪ ਵਰਗੀ ਹੋਵੇ, ਕਿਸੇ ਦੀ ਆਦਤ ਬਾਂਦਰ ਵਰਗੀ ਹੋਵੇ, ਅਤੇ ਕਿਸੇ ਦੀ ਆਦਤ ਘੋੜੇ ਵਰਗੀ ਹੋਵੇ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਤੇ ਹੋਰ ਵੀ ਕਹਿੰਦੇ ਨੇ, ਕਹਿੰਦੇ ਇਹ ਤੇਰੇ ਸਾਕ ਸੰਬੰਧੀ ਨੇ ਸਾਰੇ, ਤੇ ਇਹ ਆਦਤ ਸਾਡੀ ਹੈ ਹੀ ਨਹੀਂ, ਜਾਂ ਹੈਗੀ ਹੈ ਜਾਂ ਕਿੰਨੀ ਕੁ ਹੈ ਸਾਡੇ ਅੰਦਰ, ਇਹ ਤੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੱਸੂਗੀ। ਜੇ ਹੁਣ ਕੋਈ ਬਾਬਾ ਦੱਸ ਦੇ ਵੀ ਜਿਹੜਾ ਬੰਦਾ ਇਹੋ ਜਿਹੇ ਕੰਮ ਕਰਦਾ ਭਾਈ ਉਹ ਐਸ ਪਸ਼ੂ ਵਰਗਾ ਹੈ, ਅਤੇ ਜਿਹੜਾ ਕੋਈ ਆਹ ਕੰਮ ਕਰਦਾ ਉਹ ਐਸ ਪਸ਼ੂ ਵਰਗਾ। ਜੇ ਕਿਸੇ ਬਾਬੇ ਨੇ ਦੱਸਤਾ ਤੇ ਬਾਬੇ ਦੀ ਤਾਂ ਜੁੱਤੀਆਂ ਤਿਆਰ ਨੇ। ਪਰ ਗੁਰੂ ਸਾਹਿਬ ਜੀ ਮਹਾਰਾਜ ਦੀ ਬਾਣੀ ਦੇ ਵਿੱਚੋਂ ਇਹ ਸਾਰਾ ਕੁਝ ਮਨੁੱਖ ਨੂੰ ਮਿਲਦਾ ਹੈ। ਜੇ ਕੋਈ ਸੁਖਮਨੀ ਸਾਹਿਬ ਦਾ ਪਾਠ ਕਰੇ, ਤੇ ਜੇ ਕੋਈ ਜਪਜੀ ਸਾਹਿਬ ਦਾ ਨਿਤਨੇਮ ਕਰੇ ਆਪਣੇ ਘਰ ਦੇ ਵਿੱਚ, ਉਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਦੀ ਪ੍ਰਾਪਤੀ ਹੁੰਦੀ ਹੈ। ਵੀ ਕਿਤੇ ਅਸੀਂ ਮਨੁੱਖ ਹੁੰਦਿਆਂ ਹੋਇਆਂ ਸਾਡੀਆਂ ਜਿਹੜੀਆਂ ਆਦਤਾਂ ਨੇ, ਸਾਡੀ ਸੋਚਣੀ ਦਾ, ਸਾਡੀ ਕਰਨੀ ਦਾ, ਹੱਥਾਂ ਪੈਰਾਂ ਦੇ ਨਾਲ ਜਿਹੜੇ ਕੰਮ ਕਰਦੇ ਹਾਂ, ਇਹ ਕਿਤੇ ਪਸ਼ੂਆਂ ਵਾਲਾ ਤਾਂ ਨਹੀਂ ਅਸੀਂ ਸਾਰਾ ਕੁਝ ਕਰ ਰਹੇ। ਇੱਕ ਪਸ਼ੂ ਜੇ ਖੇਤ 'ਚ ਵੜ ਜੇ, ਵਾਰੀ ਵਾਰੀ ਮੋੜਨਾ ਪੈਂਦਾ ਨਾ, ਵਾਰੀ ਵਾਰੀ ਹੋਕਾ ਦੇਣਾ ਪੈਂਦਾ, ਪਰ ਉਹ ਪਸ਼ੂ ਹੁੰਦਾ ਜਿੰਨਾ ਚਿਰ ਉਹਦੇ ਕੋਲੇ ਨਾ ਜਾਓ ਬਾਹਰ ਨਹੀਂ ਨਿਕਲਦਾ ਖੇਤ 'ਚੋਂ। ਉਹ ਤੁਹਾਡੇ ਵੱਲ ਝਾਕੇਗਾ, ਫਿਰ ਨੀਵੀਂ ਪਾ ਕੇ ਖਾਣ ਲੱਗ ਜਾਂਦਾ ਹੈ। ਜਦੋਂ ਉਹਨਾਂ ਦੇ ਜਮਾਂ ਕੋਲੇ ਵਗ ਜੇ ਬੰਦਾ, ਤੇ ਉਹਨੂੰ ਪਤਾ ਲੱਗੇ ਵੀ ਹੁਣ ਤਾਂ ਡਾਂਗ ਵੱਜੂਗੀ, ਫਿਰ ਨਿਕਲਦਾ ਨਹੀਂ। ਜਿਹੜੀਆਂ ਗੱਲਾਂ ਤੋਂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਰੋਕਦੇ ਨੇ, ਤੂੰ ਬੇਈਮਾਨੀ ਨਾ ਕਰ, ਤੂੰ ਠੱਗੀ ਨਾ ਕਰ, ਤੂੰ ਚੋਰੀ ਨਾ ਕਰ, ਤੂੰ ਕਿਸੇ ਦਾ ਹੱਕ ਨਾ ਖਾ, ਤੂੰ ਕਿਸੇ ਦੇ ਘਰ ਨੂੰ ਨਾ ਪੱਟ। ਮਹਾਰਾਜ ਜੀ ਕਹਿੰਦੇ ਤੈਨੂੰ ਵਾਰੀ ਵਾਰੀ ਕਹਿਣੀਆਂ ਪੈ ਰਹੀਆਂ ਨੇ, ਪਰ ਤੂੰ ਹਟਦਾ ਨਹੀਂ। ਚੇਤੇ ਰੱਖ, ਕਿਤੇ ਤੂੰ ਪਸ਼ੂਆਂ ਦੀ ਸ਼੍ਰੇਣੀ ਦੇ ਵਿੱਚੋਂ ਤਾਂ ਨਹੀਂ ਆਉਂਦਾ। ਇੰਨੀ ਵਾਰੀ ਕਿਹਾ ਤੈਨੂੰ, ਮੰਨਦਾ ਹੀ ਨਹੀਂ ਗੱਲ ਨੂੰ। ਤੇ ਜੇ ਇੰਨੇ ਵਾਰੀ ਕਹਿਣ ਦੇ ਬਾਵਜੂਦ ਵੀ ਨਹੀਂ ਮੰਨਿਆ, ਤੇ ਪਸ਼ੂ ਤੋਂ ਉਹ ਨਹੀਂ ਵੀ ਜਿਹੜੇ ਘਰਾਂ ਦੇ ਵਿੱਚ ਬੰਨੇ ਹੋਏ ਨੇ, ਅਵਾਰਾ ਪਸ਼ੂਆਂ ਦੀ ਸ਼੍ਰੇਣੀ ਦੇ ਵਿੱਚ ਆਵੇਂਗਾ, ਅਵਾਰਾ ਦੇ ਵਿੱਚ। ਇਸ ਤੋਂ ਅੱਗੇ ਮੈਂ ਹੋਰ ਕੁਛ, ਕਿਉਂਕਿ ਸਮਾਪਤੀ ਦਾ ਸਮਾਂ ਹੋ ਗਿਆ, ਪ੍ਰਮਾਣ ਤੇ ਹੋਰ ਬੜੇ ਆਏ ਸੀਗੇ ਗੁਰੂ ਸਾਹਿਬ ਜੀ ਮਹਾਰਾਜ ਦੀ ਕਿਰਪਾ ਨਾਲ, ਪਰ ਸਮੇਂ ਦੇ ਮੁਤਾਬਕ ਚੱਲਣਾ ਪੈਂਦਾ। ਗੁਰੂ ਸਾਹਿਬ ਜੀ ਕਿਰਪਾ ਕਰਨ। ਮਹਾਰਾਜ ਜੀ ਨੇ ਹਰ ਇੱਕ ਮਨੁੱਖ ਨੂੰ ਕਿਹਾ ਕਿ ਅਧੂਰੀ ਜ਼ਿੰਦਗੀ, ਕੱਚੀ ਜ਼ਿੰਦਗੀ ਨਹੀਂ ਜਿਉਣੀ। ਕੱਚੇ ਫਲ ਲੱਗੇ ਹੋਏ ਨੇ, ਉਹਨਾਂ ਦੀ ਕੋਈ ਕਦਰ ਨਹੀਂ। ਕਦਰ ਉਸੇ ਫਲ ਦੀ ਪੈਂਦੀ ਹੈ ਜਿਹੜਾ ਪੱਕ ਜੇ। ਅਤੇ ਜ਼ਿੰਦਗੀ ਨੂੰ ਆਪਣੀ ਨੂੰ ਪੱਕੀ ਬਣਾਓ ਪੂਰਨ ਰੂਪ ਦੇ ਵਿੱਚ। ਉਹ ਪੱਕੀ ਜ਼ਿੰਦਗੀ ਕਿਵੇਂ ਬਣੇਗੀ? ਗੁਰੂ ਸਾਹਿਬ ਜੀ ਮਹਾਰਾਜ ਜੀਆਂ ਦੀ ਗੁਰਬਾਣੀ ਦੇ ਸ਼ਬਦ ਦੇ ਲੜ ਲਾ ਕੇ ਸਾਨੂੰ ਇਹਨਾਂ ਚੀਜ਼ਾਂ ਦੀ ਪ੍ਰਾਪਤੀ ਹੁੰਦੀ ਹੈ। ਭੁੱਲਾਂ ਚੁੱਕਾਂ ਦੀ ਖਿਮਾ। ਆਈਆਂ ਸੰਗਤਾਂ ਦਾ ਧੰਨਵਾਦ। ਪ੍ਰੇਮ ਦੇ ਨਾਲ ਸਾਰੀ ਸੰਗਤ ਬੁਲਾਇਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।